अस्सलामुअलैकुम। ਸੁਲਤਾਨ ਮਹਿਮੂਦ ਗਜ਼ਨਵੀ ਗਜ਼ਨਵੀ ਆਪਣੇ ਦੌਰ ਦੇ ਵਿੱਚ ਬਹਿਲੋਲ ਨੂੰ ਹੁਕਮ ਦਿੱਤਾ ਕਿ ਬਹਿਲੋਲ ਸ਼ਹਿਰ ਦੇ ਕਸਾਫ ਜਿਹੜੇ ਕਸਾਈ ਨੇ ਉਹਨਾਂ ਦੇ ਗੀਟੇ ਚੈੱਕ ਕਰ, ਕਿਆ ਉਹ ਵਜ਼ਨ ਸਹੀ ਤੋਲਦੇ ਨੇ, ਘੱਟ ਤੇ ਨਹੀਂ ਤੋਲਦੇ, ਜਾਂ ਫਿਰ ਚੀਜ਼ਾਂ ਦੇ ਵਿੱਚ ਬੇਈਮਾਨੀ ਤੇ ਨਹੀਂ ਕਰਦੇ, ਕੋਈ ਚਰਬੀ, ਕੋਈ ਹੱਡੀ, ਕੋਈ। ਅੱਜ ਕਸਾਈਆਂ ਦੀ ਵਾਰ ਹੈ। ਬਹਿਲੋਲ ਗਿਆ ਔਰ ਉਹਨੇ ਪਹਿਲੇ ਕਸਾਈ ਦਾ ਜਾ ਕੇ ਗੀਟਾ ਚੈੱਕ ਕੀਤਾ ਤੇ ਸੇਰ ਪੂਰਾ ਨਹੀਂ ਸੀ। ਬਹਿਲੋਲ ਨੇ ਕਿਹਾ ਕਿਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਰ ਰਹੀ ਹੈ, ਘੱਟ ਤੋਲ ਰਹੇ ਹੈ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਇਤਨੀ ਮੁਸ਼ਕਿਲ 'ਚ ਵਕਤ ਗੁਜ਼ਾਰ ਰਹੇ ਹਾਂ ਕਿ ਦਿਲ ਕਰਦਾ ਹੈ ਇਹ ਛੁਰੀ ਆਪਣੇ ਢਿੱਡ 'ਚ ਮਾਰ ਲਵਾਂ। ਬੜੇ ਤੰਗ ਦਿਲ ਔਰ ਬੜੇ ਮੁਸ਼ਕਿਲ ਹਾਲਾਤ ਦੇ ਵਿੱਚੋਂ ਗੁਜ਼ਰ ਰਿਹਾ ਅਤੇ ਦੁਆ ਕਰੋ ਮੇਰੇ ਵਾਸਤੇ। ਉਹਨੇ ਕਿਹਾ ਠੀਕ ਹੈ। ਦੂਸਰੇ ਕਸਾਈ ਕੋਲ ਗਏ। ਬਹਿਲੋਲ ਨੇ ਉਹਦਾ ਵੀ ਗੀਟਾ ਚੈੱਕ ਕੀਤਾ, ਉਹਦਾ ਵੀ 900। ਇਹ 900 ਵਾਲਾ ਜਿਹੜਾ ਚੱਕਰ ਹੈ ਨਾ, ਘੱਟ ਤੋਲਣਾ, ਇਹ ਬੰਦੇ ਨੂੰ ਦੁਨੀਆ 'ਤੇ ਨਹੀਂ ਆਖਰਤ 'ਤੇ ਵੀ ਇਹਦੀ ਬੜੀ ਸਖਤ ਸਜ਼ਾ ਹੈ। ਉਹਦਾ ਵੀ ਗੀਟਾ ਘੱਟ। ਉਹਨੂੰ ਪੁੱਛਿਆ, ਹਾਂ ਭਾਈ ਜਵਾਨ ਜ਼ਿੰਦਗੀ ਦੇ ਵਿੱਚ ਕੋਈ ਐਸ਼ੋ ਇਸ਼ਰਤ ਕੈਸੀ ਗੁਜ਼ਰ ਰਹੀ ਹੈ। ਉਹਨੇ ਇਹ ਬਹਿਲੋਲ ਪੈਦਾ ਹੀ ਨਹੀਂ ਹੋਣਾ ਚਾਹੀਦਾ ਸੀ, ਇੰਨੇ ਮੁਸ਼ਕਿਲ ਤਰੀਨ ਦੌਰ 'ਚ ਗੁਜ਼ਰ ਰਿਹਾ ਕਿ ਦੁਨੀਆ 'ਤੇ ਆਉਣ ਦਾ ਕੋਈ ਸਵਾਦ ਨਹੀਂ। ਬਹੁਤ ਹਾਲਾਤ ਖਰਾਬ ਨੇ। ਘਰ ਦੇ ਵਿੱਚ ਨਾਚਾਕੀ ਹੈ, ਬੱਚੇ ਗੱਲ ਨਹੀਂ ਮੰਨਦੇ, बीवी बद चलन है और कोई कंट्रोल नहीं। उन्हें कहा ठीक है। तीसरे को गया तो ओदा गीटे चेक किए। अज कसाइयों की वार है तो ओदा किलो पूरा, ओदा सेर पूरा। बहलोल ने पूछा, हाँ भाई जवान जिंदगी किस तरह की गुजर रही है। उन्हें कहा बहलोल अल्हम्दुलिल्लाह, अल्लाह का बड़ा शुक्र है, औलाद नेक है, घर च सुकून है, अल्लाह सोहनी रोटी दे रहे, वो बड़ी मज़े की ज़िंदगी गुजार रहे। बहलोल वापस आ गया और बादशाह सलामत नूं आण के सारी गल दसी कि गीटे वाले ज़्यादा तादाद नाल घट तोलते हैं पे। एक बंदा उन्हें यह गल दसी। बादशाह सलामत पूरे जाओ जलाल नाल पूरे गुस्से बहलोल गिरफ्तार क्यों नहीं किया, पकड़ के क्यों नहीं लिया। बहलोल ने जवाब दिता, बादशाह सलामत अल्लाह ताला ने उन्होंने दा घेरा वैसे ही तंग कर लिया, वो दुनिया के जलील हो रहे हैं, उन्होंने सज़ा देने की जरूरत नहीं, वो अगे ही सज़ा विच ने। जिस तरह का काम करोगे उस तरह का अल्लाह ताला मदद करेगा। कोई बंदा कहना ना मैनू पुछया नहीं, मेरी लत नहीं भजी या मेरा नुकसान नहीं होया, ये ना समझो कि अल्लाह जानता नहीं। अल्लाह नूं सब पता है। वो समझ लो भी तुहानूं तौबा करन दा ना मौका नहीं दे रहा कि किधरे मैं तुहानूं थोड़ा जिहा छिक्का दे तुसीं तौबा कर लो, वो अल्लाह नूं माफ़ करना पै जाए, क्योंकि अल्लाह माफ़ी नूं मनदा है कि जो बंदा माफ़ी मंगदा है तो अल्लाह माफ़ करदा है। तो अल्लाह इस वास्ते रस्सी दराज कर दिंदा है कि किधरे माफ़ी ना मंग ले, क्योंकि तुहाड़ियां सज़ावां अगले जहान ने और वो पक्कियां छक्कियां ने। इस तरह जिंदगी दे विच कई ऐसे बंदे आते हैं कि जोड़े 2-3 दिन तो बाद तुहाड़ी जिंदगी की पूरी किताब लिख छड्डदे हैं कि जिस तरह वो सब कुछ जानते हैं, जबकि तुहानूं उन्हां दे नाल कोई सरोकार नहीं होंदा। जीवन साथी, दोस्त, रिश्तेदार, करीबी, खूनी वो होंदा जिहड़ा दुख सुख का साथी होए। जिन्हें कीड़े कढ़ने या नुक्स कढ़ने ने वो तुहाड़ा कख नहीं लगता। वगरना रोड के उत्ते जांदियां ते तुहानूं पता ही है हाल चाल पुछण वाले तो बहुत होंदे ने, की हाल है, बंदा कहंदा ठीक है। यानी ए वतीरा सारे दिन दा कि हाल है, ठीक आ, लेकिन दुख सुख का साथी कोई ओदा इस चीज़ ना कोई सरोकार नहीं कि सवेरे है कि शामी है, दोपहर है कि रात है, वो तुहाडे नाल है। और ना ही तुहानूं मुश्किल टाइम ते हाँ
3 ਬੰਦਿਆਂ ਨੂੰ ਕਦੇ ਨਾ ਭੁੱਲੋ। 3 ਬੰਦਿਆਂ ਨੂੰ ਜ਼ਿੰਦਗੀ 'ਚ ਕਦੇ ਨਾ ਭੁੱਲੋ, ਜਿਹੜਾ ਮੁਸ਼ਕਿਲ ਦੌਰ 'ਚ ਤੁਹਾਡੇ ਨਾਲ ਹੋਵੇ, ਜਿਨਨੇ ਮੁਸ਼ਕਿਲ 'ਚ ਤੁਹਾਡਾ ਸਾਥ ਦਿੱਤਾ ਹੋਵੇ, ਔਰ ਜਿਨਨੇ ਮੁਸ਼ਕਿਲ ਵਿੱਚ ਪਾਇਆ ਹੋਵੇ, ਜਿਹਦੀ ਵਜ੍ਹਾ ਨਾਲ ਮੁਸ਼ਕਿਲ ਹੋਵੇ। ਮੁਸ਼ਕਿਲ ਦੌਰ ਦੇ ਵਿੱਚ ਇਹਨਾਂ 3 ਬੰਦਿਆਂ ਨੂੰ ਕਦੇ ਜ਼ਿੰਦਗੀ 'ਚ ਨਾ ਭੁਲਾਓ। ਇਹ ਯਾਦ ਰੱਖਣ ਵਾਲੇ ਨੇ ਤਾਂ ਕਿ ਤੁਹਾਨੂੰ ਦੁਬਾਰਾ ਤੋਂ ਕਿਧਰੇ ਧੋਖਾ ਨਾ ਦੇ ਸਕਣ। ਪਹਿਲੇ ਲੋਕ ਇਸਲਾਮ ਤੇ ਚੱਲਦੇ ਸਨ, ਪਹਿਲੇ ਲੋਕ ਇਸਲਾਮ ਤੇ ਚੱਲਦੇ ਸਨ, ਔਰ ਹੁਣ ਲੋਕ ਇਸਲਾਮ ਨੂੰ ਆਪਣੇ ਨਾਲ ਚਲਾਉਂਦੇ ਨੇ। ਹੁਣ ਲੋਕ ਕਹਿੰਦੇ ਨੇ ਕਿ ਜਿਸ ਤਰ੍ਹਾਂ ਮੈਂ ਕਹਿ ਰਿਹਾ ਇਸਲਾਮ ਇੰਝ ਹੈ, ਯਾਨੀ ਆਪਣੇ ਮੁਤਾਬਕ ਜਿਹੜੀ ਗੱਲ ਸੱਚੀ ਹੋਵੇ ਨਾ, ਤੁਸੀਂ ਕਿਸੇ ਦੇ ਹੱਕ 'ਚ ਬੋਲੋਗੇ ਉਹ ਤੁਹਾਡੇ ਨਾਲ ਹੈ, ਉਹ ਕਹਿੰਦਾ ਬਹੁਤ ਚੰਗਾ ਬੰਦਾ। ਜੋ ਹੀ ਉਹਦੇ ਖਿਲਾਫ ਤੁਸੀਂ ਕੋਈ ਬਿਆਨ ਦਿਓਗੇ ਸੱਚਾ ਔਰ ਖਰਾ, ਉਹ ਤੁਹਾਡੇ ਮੁਖਾਲਫ ਹੋ ਜਾਏਗਾ। ਵਜ੍ਹਾ, ਹਾਲਾਂਕਿ ਤੁਸੀਂ ਸਾਥ ਦੇ ਰਹੇ ਹੋ ਸੱਚਾਈ ਦਾ, ਤੁਸੀਂ ਉਸ ਸ਼ਖਸ ਦਾ ਨਹੀਂ ਦੇ ਰਹੇ। ਤੁਹਾਨੂੰ ਸ਼ਖਸੀਅਤ ਨਾਲ ਤਾਲਕ ਨਹੀਂ ਹੈ, ਤਾਲਕ ਹੈ ਸੱਚਾਈ ਦਾ। ਲੇਕਿਨ ਇੱਥੇ ਉਹੀ ਹੈ ਕਿ ਤੁਸੀਂ ਸਭ ਨੂੰ ਕਹੋ ਠੀਕ ਹੈ ਤੇ ਫਿਰ ਤੁਸੀਂ ਵੀ ਠੀਕ ਹੋ, ਤੇ ਜੇ ਤੁਸੀਂ ਉਹਦੇ ਵਿੱਚੋਂ ਦੱਸੋ ਬਈ ਤੇਰੇ 'ਚ ਖਾਮੀਆਂ ਨੇ, ਤੇ ਸਮਝ ਲਓ ਬਈ ਤੁਹਾਡੇ ਜਿਹੜਾ ਬੁਰਾ ਕੋਈ ਵੀ ਨਹੀਂ। ਇਹ ਦੁਨੀਆ, ਔਰ ਇਹ ਦੁਨੀਆ ਐਡੀ ਸੌਖੀ ਨਹੀਂ। ਇੱਕ ਹੋਰ ਗੱਲ ਸੁਣਾਉਂਦੇ ਹਾਂ। ਟਾਈਟੈਨਿਕ ਜਹਾਜ਼ ਡੁੱਬਿਆ ਸੀ, ਬੜਾ ਮਸ਼ਹੂਰ ਸੀ, ਔਰ ਉਹਦੇ ਵਿੱਚ ਕਿੰਨੀ ਦੁਨੀਆ ਮਰੀ। ਉਹਦੇ ਵਿੱਚ ਇੱਕ ਜਾਨ ਜੈਕ ਵੀ, ਇੱਕ ਸਮਝ ਲਓ ਕਿ ਅਰਬਪਤੀ ਬੰਦਾ ਸੀ, ਅਰਬਪਤੀ ਬੰਦਾ ਸੀ, ਉਹ ਵੀ ਉਸੇ ਜਹਾਜ਼ ਦੇ ਵਿੱਚ ਸੀ। ਲੇਕਿਨ ਜਿਹੜਾ ਲਾਈਫ ਸਿਕਿਉਰ ਵਿੱਚ ਕਸ਼ਤੀ ਹੁੰਦੀ ਹੈ ਛੋਟੀ, ਬੰਦੇ ਨੂੰ ਸੇਫ ਕਰਨੇ ਵਾਸਤੇ, ਉਹ ਬਹੁਤ ਥੋੜੀਆਂ ਸਨ। ਔਰ ਉਹਨੇ ਆਪਣੀ ਜਾਨ ਨਾ ਬਚਾਉਂਦਿਆਂ ਹੋਇਆਂ ਉਹਨੇ ਇੱਕ ਹੋਰ ਬੰਦੇ ਨੂੰ ਉਹ ਕਸ਼ਤੀ ਦਿੱਤੀ। ਹਾਲਾਂਕਿ ਉਹ ਚਾਹੁੰਦਾ ਤੇ ਉਸ ਬੋਟ 'ਤੇ ਬਚ ਸਕਦਾ ਸੀ ਔਰ ਆਪਣੀ ਜ਼ਿੰਦਗੀ ਐਸ਼ੋ ਇਸ਼ਰਤ ਨਾਲ ਗੁਜ਼ਾਰ ਸਕਦਾ ਸੀ। ਲੇਕਿਨ ਉਹਨਾਂ ਲੋਕਾਂ ਦੇ ਵਿੱਚ ਅਸੂਲ ਸੀ ਕਿ ਉਹਨੇ ਆਪਣੀ ਜਾਨ ਨੂੰ ਖਤਰੇ 'ਚ ਪਾਇਆ ਔਰ 2 ਬੰਦੇ ਹੋਰ ਬਚਾਏ, ਉਹਨਾਂ ਨੂੰ ਬੋਟ ਦਿੱਤੀ ਔਰ ਉਹ ਬਾਹਰ ਨਿਕਲ ਆਏ। ਉਹਦੇ ਵਿੱਚ ਹੀ ਇੱਕ ਅਮਰੀਕੀ ਕੰਪਨੀ ਦਾ ਬਹੁਤ ਬੜਾ, ਯਾਨੀ ਉਹ ਵੀ ਅਰਬਪਤੀ ਸੀ, ਖਰਬਪਤੀ ਸੀ, ਉਹ ਵੀ ਆਪਣੀ ਬੀਵੀ ਦੇ ਨਾਲ ਸੀ। ਠੀਕ ਹੈ, ਉਹ ਟਾਕਸ ਉਹਨੇ ਵੀ ਐਸੇ ਚੀਜ਼ ਨੂੰ ਤਰਜੀਹ ਦਿੱਤੀ ਕਿ ਉਹਨੇ ਵੀ ਬੋਰਡ ਕਿਸੇ ਹੋਰ ਨੂੰ ਦਿੱਤੀ, ਬਲਕਿ ਉਹਦੀ ਬੀਵੀ ਨੂੰ ਉਹਨੇ ਕਿਹਾ, ਆਪਣੀ ਬੀਵੀ ਨੂੰ, ਕਿ ਤੂੰ ਜਾ ਸਕਦੀ ਹੈ, ਬੋਰਡ ਤੇਰੇ ਕੋਲ ਹੈ, ਜਾਂ ਤੂੰ ਕਿਸੇ ਦੇ ਨਾਲ ਹੋਰ ਬਹਿ ਜਾ। ਲੇਕਿਨ ਉਹਨੇ ਕਿਹਾ ਮੈਂ ਆਖਰੀ ਜ਼ਿੰਦਗੀ ਦੇ ਲਮਹਾਤ ਵੀ ਜ਼ਾਇਆ ਨਹੀਂ ਕਰਨਾ ਚਾਹੁੰਦੀ, ਮੈਂ ਉਹ ਤੇਰੇ ਨਾਲ ਗੁਜ਼ਾਰਨਾ ਚਾਹੁੰਦੀ ਆਖਰੀ। ਹਾਲਾਂਕਿ ਵਾਜ਼ਿਆ ਮੌਤ ਅੱਗੇ ਨਜ਼ਰ ਆ ਰਹੀ ਸੀ, ਔਰ ਉਹਨੇ ਕਿਹਾ ਮੈਂ ਜਿਹੜੀ ਚੰਦ ਲਮਹਾ, ਚੰਦ ਸਾਂਸ, ਥੋੜੀ ਦੇਰ, ਘੰਟੇ 2, 1 ਦਿਨ ਦੀ, ਉਹ ਵੀ ਮੈਂ ਤੇਰੇ ਨਾਲ ਗੁਜ਼ਾਰਨਾ ਚਾਹੁੰਦੀ ਹਾਂ। ਔਰ ਉਹਨਾਂ ਨੇ ਵੀ ਦੂਸਰੇ ਬੰਦਿਆਂ ਨੂੰ ਬਚਾਈ। ਉਹ ਸਾਡੇ ਮੁਲਕ ਦੇ ਵਿੱਚ ਮੁਲਕ ਡੁੱਬ ਰਿਹਾ, ਤਬਾਹੀ ਦੇ ਦਰਾਹੇ ਤੇ, ਕਰਜ਼ਿਆਂ ਦੀ ਬਰਮਾਰ ਹੈ, ਬਾਹਰੋਂ ਹੋਰ ਲੈ ਜਾ ਰਹੇ ਨੇ। ਅਸ਼ਰਫੀਆ ਐਸ਼ੋ ਇਸ਼ਰਤ ਵਿੱਚ, ਨਵੀਆਂ ਗੱਡੀਆਂ ਲੱਭ ਰਹੀਆਂ ਨੇ, ਬਿਜਲੀ ਫਰੀ ਹੈ, ਪ੍ਰੋਟੋਕੋਲ ਫੁੱਲ ਹੈ, ਪਹਿਲੇ ਨਾਲੋਂ ਵੀ ਜ਼ਿਆਦਾ ਹੈ। ਔਰ ਇਸ ਤਰ੍ਹਾਂ ਆਪਣੀ ਲਗਜ਼ਰੀ ਜ਼ਿੰਦਗੀ ਗੁਜ਼ਾਰਦੇ ਨੇ ਪਏ ਕਿ ਜਿਸ ਤਰ੍ਹਾਂ ਇਸ ਮੁਲਕ ਤੇ ਕਰਜ਼ਾ ਹੈ ਹੀ ਕੋਈ ਨਹੀਂ। ਇਹ ਬੜਾ ਅਮੀਰਾਂ ਦਾ ਮੁਲਕ ਹੈ, ਔਰ ਮੁਲਕ ਨੂੰ ਇਸ ਤਰ੍ਹਾਂ ਦਾ ਢਾਹ ਕੇ ਬਣਾ ਰਹੇ ਨੇ। ਇਹ ਵੀ ਤੁਸੀਂ ਦੇਖਿਆ ਹੋਣਾ, ਢਾਹ ਕੇ ਬਣਾ ਰਹੇ ਨੇ ਜੀ, ਪੁਰਾਣਾ ਸਹੀ ਨਹੀਂ, ਨਵਾਂ ਕਰ ਲਿਆ। ਜਿਹੜੇ ਲੋਕ ਮਸਕੀਨ ਥੋੜੀ ਬਹੁਤ ਰੋਜ਼ੀ ਰੋਟੀ ਕਮਾਉਂਦੇ ਸਨ, ਕੋਈ ਬਾਜ਼ਾਰਾਂ 'ਚ, ਕੋਈ ਗਲੀਆਂ 'ਚ, ਕੋਈ ਮਹੱਲਿਆਂ ਵਿੱਚ, ਕੋਈ ਥੋੜੀ ਬਹੁਤ ਰੇੜੀਆਂ ਲਾ ਕੇ, ਉਹਨਾਂ ਦਾ ਵੀ ਸਤਿਆਨਾਸ਼। ਰੇੜੀਆਂ ਚੁੱਕ ਕੇ ਬਾਹਰ, ਰੇੜੀਆਂ ਦੇ ਉੱਤੇ ਮੁਖਤਲਿਫ ਕਿਸਮਾਂ ਦੀਆਂ ਤਸਵੀਰਾਂ, ਔਰ ਥੋੜੀ ਬਹੁਤ ਮਜ਼ਦੂਰੀ ਕਰਨ ਵਾਲੇ ਦਾ ਤੇ ਬਿਲਕੁਲ ਬੇੜਾ ਗਰਕ ਕਰ ਦਿੱਤਾ ਨਾ, ਉਹਦਾ ਤੇ ਬਿਲਕੁਲ ਸਮਝ ਲਓ ਗਰੀਬ ਨਹੀਂ ਰਹਿਣ ਦੇਣਾ। ਇਹ ਉਹਨਾਂ ਕਸਮ ਚੁੱਕੀ, ਔਰ ਵਾਕਈ ਨਹੀਂ ਰਹਿਣ ਲਿਆ। ਜੇ ਇਹ ਪੂਰੇ 5 ਹੋਏ ਨਾ ਤੇ ਫਿਰ 5 ਵੀ ਨਹੀਂ ਰਹਿਣ ਲਏ। ਇਸ ਤਰ੍ਹਾਂ ਦੀ ਪੋਜੀਸ਼ਨ ਹੈ ਕਿ ਅਸ਼ਰਫੀਆ ਨੂੰ ਕੋਈ ਸਰੋਕਾਰ ਨਹੀਂ ਕਿ ਸਾਡਾ ਮੁਲਕ ਡਿਮਾਂਡਾਂ ਇਸ ਕਿਸਮ ਦੀਆਂ ਨੇ ਕਿ ਜਿਸ ਤਰ੍ਹਾਂ ਯੂਰਪੀ ਯੂਨੀਅਨ ਵਿੱਚ ਆ ਗਿਆ ਸੀ, ਔਰ ਸਹੂਲਤਾਂ ਬੰਗਲਾਦੇਸ਼ ਜੈਸੀਆਂ ਵੀ ਨਹੀਂ ਹਨ। ਕਿਸੇ ਮੁਲਕ 'ਚ ਇੰਨੀ ਜ਼ਾਰਾਦਾਰੀ ਨਹੀਂ, ਕਿਸੇ ਦੁਨੀਆ ਦਾ ਕੋਈ 3rd ਕਲਾਸ ਵੀ ਮੁਲਕ ਜਿਹੜਾ ਨਾ, ਉਹਦੇ 'ਚ ਵੀ ਕੋਈ ਕਾਨੂੰਨ ਦੀ ਬਾਲਾਦਸਤੀ ਹੈ। ਲੇਕਿਨ ਇੱਥੇ ਕੋਈ ਪੁੱਛਣ ਵਾਲਾ ਹੀ ਕੋਈ ਨਹੀਂ, ਜ਼ੋਰਾਵਰ ਜੋ ਮਰਜ਼ੀ ਪਿਆ ਕਰੇ, ਉਹਦੀ ਕੋਈ ਪਰਵਾਹ ਹੀ ਨਹੀਂ ਹੈ ਵੀ ਉਹ ਸੁਰਸੁਦ ਨਾ ਨਿਕਲ ਜਾਏਗਾ। ਉਹ ਗਰੀਬ ਦੀ ਤਬਾਹੀ ਹੈ। ਦੁਨੀਆ ਇੰਝ ਚੱਲ ਰਹੀ ਹੈ। ਦੁਆਵਾਂ ਯਾਦ ਰੱਖਿਓ, ਹਾਲਾਤ ਬਹੁਤ ख़राब ਨੇ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਲੇਕਿਨ ਤਵੱਕਲ ਸਿਰਫ ਅੱਲਾ 'ਤੇ ਰੱਖੋ, ਠੀਕ ਹੈ ਜੀ।
ਮਾਸਲਾਮ।